देशद्रोही कोई नहीं है दोस्तों। हो सकता है कल जो विरोधी ने खास करके आम आदमी पार्टी वाले वो कहते पोलिटिकली वेंडेटा है जिहड़ा जानबूझ के केजरीवाल साहब के खिलाफ कंप्लेंट की जा रही क्योंकि तजिंदरपाल सिंह बग्गा के खिलाफ कंप्लेंट गई सी। मौजूदा मुख्यमंत्री अपने देश के प्रधानमंत्री ने यह कहे कि देश द्रोही है, एडी वड्डी सट कि अपना इंस्टीट्यूशन और देश सह सकता है। इस मामले ਵਿੱਚ ਵੀ ਪੰਜਾਬ ਪੁਲਿਸ ਉਵੇਂ ਬਹਾਦਰੀ ਦੇ ਨਾਲ ਕੰਮ ਕਰੇਗੀ ਜਿਵੇਂ ਤਜਿੰਦਰਪਾਲ ਸਿੰਘ ਬੱਗਾ ਵਾਲੇ ਮਾਮਲੇ 'ਚ ਕੀਤਾ ਗਿਆ ਹੈ। ਦਿੱਲੀ ਤੋਂ ਬੀਜੇਪੀ ਲੀਡਰ ਤਜਿੰਦਰਪਾਲ ਸਿੰਘ ਬੱਗਾ ਨੂੰ ਬੇਸ਼ੱਕ ਮਾਣਯੋਗ ਹਾਈਕੋਰਟ ਤੋਂ ਰਾਹਤ ਮਿਲੀ ਹੈ ਪਰ ਹੁਣ ਇੰਜ ਲੱਗਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਬਸ਼ਰਤੇ ਪੰਜਾਬ ਪੁਲਿਸ ਠੀਕ ਉਵੇਂ ਹੀ ਕੰਮ ਕਰੇ ਜਿਵੇਂ ਤਜਿੰਦਰਪਾਲ ਸਿੰਘ ਬੱਗਾ ਦੇ ਮਾਮਲੇ 'ਚ ਕੀਤਾ ਸੀ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਸੀਨੀਅਰ ਲੀਡਰ ਡਾਕਟਰ ਜਗਮੋਹਨ ਸਿੰਘ ਰਾਜੂ ਜੀ ਰਿਟਾਇਰਡ IAS ਨੇ। ਸਰ ਤੁਹਾਡੇ ਵੱਲੋਂ ਸੁਣਿਆ ਕੰਪਲੇਂਟ ਪਾਈ ਗਈ ਹੈ ਕੋਈ ਅਰਵਿੰਦ ਕੇਜਰੀਵਾਲ ਸਾਹਿਬ ਦੇ ਖਿਲਾਫ? ਹਾਂਜੀ ਅਸੀਂ ਮੈਂ 9 ਤਰੀਕ ਨੂੰ ਆਨਲਾਈਨ ਕੰਪਲੇਂਟ ਪਾਈ ਹੈ ਕੇਜਰੀਵਾਲ ਜੀ ਦੇ ਖਿਲਾਫ ਔਰ ਅੱਜ ਅਸੀਂ ਮੋਹਾਲੀ ਦੇ ਵਿੱਚ ਸਾਈਬਰ ਕ੍ਰਾਈਮ ਦਾ ਜਿਹੜਾ ਪੁਲਿਸ ਸਟੇਸ਼ਨ ਡੈਜ਼ਿਗਨੇਟਡ ਹੈ ਉੱਥੇ ਅਸੀਂ ਗਏ ਸੀ ਅਤੇ ਬਾਈ ਹੈਂਡ ਅਸੀਂ ਉਹਨਾਂ ਨੂੰ ਦਿੱਤੀ। ਉਹ ਗੱਲ ਅਲੱਗ ਹੈ ਕਿ ਸਾਨੂੰ ਉਹਨਾਂ ਨੇ 45 ਮਿੰਟ ਬਿਠਾਈ ਰੱਖਿਆ ਅਤੇ ਫਿਰ ਅਸੀਂ ਉਹਨਾਂ ਨੂੰ ਮਿਲ ਪਾਏ ਅਤੇ ਉਹਨਾਂ ਨੇ ਕਿਹਾ ਠੀਕ ਹੈ ਜੀ ਅਸੀਂ ਆਪਣਾ ਨੰਬਰ ਪਾ ਕੇ ਤੁਹਾਨੂੰ ਦੱਸਾਂਗੇ, ਹਾਲੇ ਤੱਕ ਨੰਬਰ ਆਇਆ ਨਹੀਂ ਹੈ। ਸਰ ਮਾਮਲਾ ਕੀ ਹੈ ਕਿ ਕੁਝ ਅਰਵਿੰਦ ਕੇਜਰੀਵਾਲ ਜੀ ਵੱਲੋਂ ਐਸਾ ਕੁਝ ਕੀਤਾ ਗਿਆ ਹੈ ਜਾਂ ਬੋਲਿਆ ਗਿਆ ਹੈ ਜਿਸ ਦੀ ਕੰਪਲੇਂਟ ਤੁਹਾਡੇ ਵੱਲੋਂ ਕੀਤੀ ਗਈ? ਦੇਖੋ ਮੇਰਾ ਇਹ ਮੰਨਣਾ ਹੈ ਕਿ ਰਾਜਨੀਤਿਕ ਡਿਫਰੈਂਸ ਹੋ ਸਕਦੇ ਨੇ, ਪਰਸਨਲ ਪ੍ਰੋਬਲਮਸ ਵੀ ਹੋ ਸਕਦੀਆਂ, ਪਰ ਜਿੱਥੇ ਇੰਡੀਆ ਦੀ ਇੰਸਟੀਟਿਊਸ਼ਨਸ ਹਨ ਉਹਨਾਂ 'ਤੇ ਕਿਸੇ ਤਰੀਕੇ ਦਾ ਘਾਤ ਨਹੀਂ ਕਰਨਾ ਚਾਹੀਦਾ, ਕਿਸੇ ਤਰੀਕੇ ਦਾ ਹਮਲਾ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਜ਼ਖਮੀ ਨਹੀਂ ਕਰਨਾ ਚਾਹੀਦਾ। ਪ੍ਰਧਾਨ ਮੰਤਰੀ ਹਿੰਦੁਸਤਾਨ ਦੀ ਸ਼ਾਨ ਹੁੰਦਾ ਹੈ ਜੀ। ਪ੍ਰਧਾਨ ਮੰਤਰੀ ਕੌਂਸਟੀਟਿਊਸ਼ਨ ਦੇ ਥੱਲੇ ਹਿੰਦੁਸਤਾਨ ਦਾ ਸਭ ਤੋਂ ਜ਼ਿੰਮੇਵਾਰ ਲੋਕਾਂ ਦਾ ਚੁਣਿਆ ਨੇਤਾ ਹੁੰਦਾ ਹੈ ਜੀ ਔਰ ਉਹਦੇ ਉੱਤੇ ਹੀ ਸਾਰੀ ਸਰਕਾਰ ਨਿਰਭਰ ਕਰਦੀ ਹੈ ਜੀ, ਸਾਰਾ ਦੇਸ਼ ਨਿਰਭਰ ਕਰਦਾ ਹੈ ਜੀ। ਜੇ ਤੁਸੀਂ ਕਿਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਦੀ ਇੰਸਟੀਟਿਊਸ਼ਨ ਨੂੰ, ਬੰਦੇ ਆਪਾਂ ਬਾਅਦ 'ਚ ਕਰਦੇ ਹਾਂ, ਪ੍ਰਧਾਨ ਮੰਤਰੀ ਦੀ ਇੰਸਟੀਟਿਊਸ਼ਨ ਨੂੰ ਢਾਣ ਲੱਗ ਜਾਓ ਅਤੇ ਫਿਰ ਉਹਨੂੰ ਨਾ ਰੀਬਿਲਡ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਜਿੱਥੇ ਇੱਕ ਵਾਰੀ ਸੱਟ ਲੱਗ ਜਾਏ, ਜਿਹੜੀ ਚੀਜ਼ ਢਹਿ ਜਾਏ, ਉਹਨੂੰ ਦੁਬਾਰਾ ਬਿਲਡ ਕਰਨਾ ਬੜਾ ਮੁਸ਼ਕਿਲ ਹੁੰਦਾ ਜੀ। ਸੋ ਮੈਂ ਇਸ ਲਈ, ਕਿਉਂਕਿ ਮੈਂ ਐਡਮਿਨਿਸਟ੍ਰੇਸ਼ਨ ਦੇ ਬੈਕਗਰਾਊਂਡ ਤੋਂ ਆਇਆ, ਮੈਂ ਇਸ ਲਈ ਬੜਾ ਕੌਨਸ਼ੀਅਸ ਰਹਿੰਦਾ ਹੈ ਕਿ ਕੌਂਸਟੀਟਿਊਸ਼ਨ ਨੂੰ ਕਦੀ ਸੱਟ ਨਾ ਲੱਗੇ, ਕੋਰਟਸ ਨੂੰ ਕਦੀ ਸੱਟ ਨਾ ਲੱਗੇ। ਜੱਜ ਨੂੰ ਤੁਸੀਂ ਕ੍ਰਿਟੀਸਾਈਜ਼ ਕਰੋ, ਕੋਰਟ ਨੂੰ ਨਾ ਕਰੋ, ਪਰ ਜੇ ਕੋਈ ਮੌਜੂਦਾ ਮੁੱਖ ਮੰਤਰੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਕਹੇ ਕਿ ਇਹ ਦੇਸ਼ ਧਰੋਹੀ ਹੈ ਅਤੇ ਐਡੀ ਵੱਡੀ ਸੱਟ ਕੀ ਆਪਣਾ ਇੰਸਟੀਟਿਊਸ਼ਨ ਔਰ ਦੇਸ਼ ਸਹਿ ਸਕਦਾ ਹੈ ਜੀ? ਫਿਰ ਤਾਂ ਇੰਸਟੀਟਿਊਸ਼ਨ ਰਹਿ ਹੀ ਨਹੀਂ ਗਈ, ਫਿਰ ਤਾਂ ਲੋਕਾਂ ਦੇ ਮਨਾਂ 'ਚ ਇਹ ਸ਼ੱਕ ਪੈਦਾ ਕਰ ਦਿਓ ਕਿ ਤੁਹਾਡਾ ਪ੍ਰਧਾਨ ਮੰਤਰੀ ਟੈਰਰਿਸਟ ਦੇ ਨਾਲ ਸੈਟਿੰਗ ਕਰਦਾ ਅਤੇ ਫਿਰ ਇਸ ਇੰਸਟੀਟਿਊਸ਼ਨ ਦੀ ਰਹਿ ਕੀ ਗਿਆ ਜੀ, ਧੱਜੀਆਂ ਕਰਤੀਆਂ। ਫਿਰ ਲੋਕ ਇਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਪਤਾ ਨਹੀਂ। ਅਤੇ ਇਸ ਲਈ ਮੈਂ ਕਹਿੰਦਾ ਕਿ ਜਦੋਂ ਤੁਸੀਂ ਇੰਨੇ ਗੰਭੀਰ ਇਲਜ਼ਾਮ ਲਗਾਓ ਔਰ ਐਡੀ ਵੱਡੇ ਆਫਿਸ ਦੇ ਉੱਤੇ, ਫਿਰ ਤੁਸੀਂ ਅਕਾਊਂਟੇਬਲ ਹੋਵੋ, ਫਿਰ ਤੁਸੀਂ ਉਹਦੀ ਜਵਾਬਦੇਹੀ ਦਿਓ, ਫਿਰ ਉਹਨੂੰ ਤੁਸੀਂ ਬੈਠ ਕੇ ਪ੍ਰੂਵ ਕਰੋ। ਬਸ ਇੱਦਾਂ ਕਹਿ ਕੇ ਭੱਜ ਨਾ ਜਾਓ ਔਰ ਜੇ ਪ੍ਰੂਵ ਨਾ ਕਰ ਪਾਓ ਤਾਂ ਉਹਦਾ ਮੁਆਵਜ਼ਾ ਭਰੋ। ਸਰ ਲੇਕਿਨ ਇਹ ਕੰਪਲੇਂਟ ਤਜਿੰਦਰਪਾਲ ਸਿੰਘ ਬੱਗਾ ਉਹਨਾਂ ਦੇ ਖਿਲਾਫ ਐਕਸ਼ਨ ਹੋਣ ਤੋਂ ਬਾਅਦ ਹੀ ਕਿਉਂ ਦਿੱਤੀ ਜਾ ਰਹੀ ਹੈ? ਦੇਖੋ ਤੁਸੀਂ ਇਹ ਦੱਸੋ ਮੈਨੂੰ ਕਿ ਆਪਣੇ ਪ੍ਰਧਾਨ ਮੰਤਰੀ ਦੀ ਗਹਿਮਾ ਨੂੰ ਬਚਾਉਣ ਲਈ, ਆਪਣੇ ਦੇਸ਼ ਦੀ ਇੰਸਟੀਟਿਊਸ਼ਨ ਨੂੰ ਬਚਾਉਣ ਲਈ, ਆਪਣੇ ਕੌਂਸਟੀਟਿਊਸ਼ਨ ਨੂੰ ਬਚਾਉਣ ਲਈ ਮੈਂ ਕੇਵਲ ਇਸ ਲਈ ਚੁੱਪ ਰਹਿ ਜਾਂਦਾ ਕਿ ਬੱਗਾ ਦਾ ਕੇਸ ਹੋਇਆ ਅਤੇ ਮੈਂ ਅੱਖਾਂ ਬੰਦ ਕਰ ਲਵਾਂ ਵੀ ਮੈਂ ਵੀਡੀਓ ਦੇਖੀ, ਮੈਂ
ਮੈਨੂੰ ਲੱਗਿਆ ਕਿ ਇਹ ਇਲੀਗਲ ਹੈ, ਇਹ ਦੇਸ਼ ਲਈ ਚੰਗਾ ਨਹੀਂ ਹੈ, ਮੈਂ ਕੇਸ ਕਰਤਾ। ਨਹੀਂ, ਬੱਗਾ ਸਾਹਿਬ ਦੇ ਇਨਸੀਡੈਂਟ ਤੋਂ ਪਹਿਲਾਂ ਨਹੀਂ ਦੇਖੀ ਸੀ? ਨਹੀਂ, ਮੈਂ ਨਹੀਂ ਦੇਖੀ ਸੀ, ਦੇਖੀ ਹੁੰਦੀ ਤਾਂ ਕਰ ਦਿੰਦਾ, ਉਦੋਂ ਹੀ ਕਰ ਦਿੰਦਾ। ਕਿਤੇ ਐਂ ਤਾਂ ਨਹੀਂ ਵੀ ਤੁਸੀਂ ਸੋਚਦੇ ਸੀ ਵੀ ਨਹੀਂ ਚਲੋ ਪੋਲਿਟਿਕਸ ਹੈ, ਇਲੈਕਸ਼ਨਸ ਦੇ ਦੌਰਾਨ ਇੱਕ ਦੂਜੇ ਨੂੰ ਲੋਕ ਕਹਿੰਦੇ ਰਹਿੰਦੇ ਨੇ, ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਇੰਨਾ ਸੀਰੀਅਸਲੀ ਲਿਆ ਗਿਆ ਹੈ ਤਾਂ ਕਿਉਂ ਨਾ ਹੁਣ ਅਸੀਂ ਵੀ ਦੇਖੀਏ ਵੀ ਕੀ ਕੁਝ ਬੋਲਿਆ ਗਿਆ, ਕਿਉਂਕਿ ਬੋਲਿਆ ਤਾਂ ਉਹਨਾਂ ਨੇ ਵੀ ਘੱਟ ਨਹੀਂ ਹੈ। ਨਹੀਂ, ਮੈਂ ਇੱਦਾਂ ਦਾ, ਮੇਰੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਜੀ ਕਿ ਸਾਰਾ ਟਾਈਮ ਆ ਹੀ ਕਰਦਾ ਨਾ। ਮੇਰੇ ਸੋਸ਼ਲ ਮੀਡੀਆ, ਟਵਿੱਟਰ ਵਗੈਰਾ ਬੜੇ ਵੀਕ ਨੇ ਜੀ। ਰੀਜ਼ਨ ਬੀਇੰਗ ਕਿ ਜੀ ਮੈਂ ਕੈਂਬਰਿਜ ਦਾ ਪ੍ਰੋਫੈਸਰ ਹਾਂ, ਯੂਨੀਵਰਸਿਟੀ ਦਾ ਪ੍ਰੋਫੈਸਰ, ਮੈਂ ਲਿਖਦਾ ਹਾਂ, ਪੜ੍ਹਦਾ ਹਾਂ, ਰਿਸਰਚ ਕਰਦਾ ਹਾਂ। ਮੇਰੇ ਕੋਲ ਆਹ ਟਾਈਮ ਨਹੀਂ ਰਹਿੰਦਾ ਜੀ ਕਿ ਸਕਰੋਲ ਕਰਦਾ ਰਹਾਂ ਕਿ ਕਿਹਦੇ ਖਿਲਾਫ ਕੀ ਹੋਇਆ। ਹਾਂ, ਮੈਨੂੰ ਪਤਾ ਸੀ ਵੀ ਇੱਦਾਂ ਦਾ ਕੋਈ ਇਵੈਂਟ ਹੋਇਆ ਹੈ, ਉਹ ਅਵੇਅਰ ਹੈ ਮੈਂ ਉਸਦਾ, ਪਰ ਮੈਂ ਜ਼ਿਆਦਾ ਤਵੱਜੋ ਸੋਸ਼ਲ ਮੀਡੀਆ 'ਤੇ ਇਸ ਤਰੀਕੇ ਨਾਲ ਨਹੀਂ ਦਿੰਦਾ। ਉਹ ਇੱਕ ਬਾਈ ਚਾਂਸ ਹੁੰਦਾ ਕਿ ਤੁਸੀਂ ਇੱਕ ਚੀਜ਼ ਦੇਖੋ, ਦੂਜੀ ਚੀਜ਼ ਦਿਖ ਜਾਂਦੀ ਹੈ, ਉਹ ਆ ਗਈ ਮੇਰੇ ਅੱਖਾਂ 'ਚ ਆਈ, ਆਪਾਂ ਨੋਟਿਸ ਲਿੱਤਾ। ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਜੀ। ਇੱਕ ਵਾਰੀ ਮੈਂ ਜਲੰਧਰੋਂ ਲੱਗ ਰਿਹਾ ਸੀਗਾ ਜੀ, ਉੱਥੇ ਇੱਕ ਢਾਬੇ 'ਤੇ ਮੈਂ ਰੁਕਿਆ, ਅਤੇ ਢਾਬੇ ਦੇ ਉੱਤੇ ਇੱਦਾਂ ਹੀ ਕੁਰਸੀਆਂ ਪਈਆਂ ਹੋਈਆਂ ਸਨ, ਲੋਕ ਖਾ ਪੀ ਰਹੇ, ਰੌਲਾ ਪਾ ਰਹੇ ਨੇ, ਪਕੌੜੇ ਖਾ ਰਹੇ ਨੇ, ਅਤੇ ਸਾਹਮਣੇ ਟੀਵੀ ਲੱਗਿਆ ਔਰ ਉਹਦੇ 'ਤੇ ਨਾ ਜੀ ਦਰਬਾਰ ਸਾਹਿਬ ਦੀ ਅਰਦਾਸ ਹੋ ਰਹੀ ਹੈ। ਅਤੇ ਮੈਂ ਕਿਹਾ ਯਾਰ ਅਰਦਾਸ ਹੋ ਰਹੀ ਹੈ ਅਤੇ ਅਸੀਂ ਤਾਂ ਚੱਪਲਾਂ ਲਾ ਲੈਂਦੇ ਹਾਂ, ਅਤੇ ਇੱਥੇ ਲੋਕ ਪਕੌੜੇ ਖਾ ਰਹੇ ਨੇ, ਚਾਹਾਂ ਪੀ ਰਹੇ ਨੇ, ਹੋਈ ਹੋ ਰਹੀ ਹੈ। ਮੈਂ ਅੰਮ੍ਰਿਤਸਰ ਪਹੁੰਚਿਆ ਅਤੇ ਅਗਲੇ ਦਿਨ ਪਹੁੰਚ ਗਿਆ ਜੀ SGPC ਦੇ ਕੋਲ, ਲਿਖਤ ਕੰਪਲੇਂਟ ਦਿੱਤੀ ਕਿ ਭਾਈ ਜਦੋਂ ਅਰਦਾਸ ਹੋਏ ਜਾਂ ਤਾਂ ਉਹਨੂੰ ਰੋਕ ਲਿਆ ਕਰੋ, ਕਿਉਂਕਿ ਤੁਸੀਂ ਤਾਂ ਇੰਨਾ ਕੰਟਰੋਲ ਕਰ ਨਹੀਂ ਸਕਦੇ ਕਿ ਜਾ ਕੇ ਸਭ ਇਕੱਲੇ ਉਹਨੂੰ ਕਹੋ ਵੀ ਸਿਰ ਢੱਕੋ, ਰੌਲਾ ਨਾ ਪਾਓ, ਚਾਹ ਨਾ ਪੀਓ। ਕਹਿਣ ਦਾ ਮਤਲਬ ਇਹ ਹੈ ਜਦੋਂ ਵੀ ਮੇਰੇ ਅੱਖਾਂ 'ਚ ਕੋਈ ਚੀਜ਼ ਆ ਜਾਂਦੀ ਹੈ ਅਤੇ ਗੁਰੂ ਮਹਾਰਾਜ ਨੇ ਇੰਨੀ ਕੁ ਤਾਂ ਮੋਰਲ ਵੈਲਿਊਜ਼ ਔਰ ਇੰਨੀ ਕੁ ਕਰੇਜ ਬਖਸ਼ਿਆ ਕਿ ਜੀ ਆਪਾਂ ਉਹਦੇ 'ਤੇ ਐਕਸ਼ਨ ਲੈਣੇ ਹੈ ਜੀ। ਤੇ ਸਰ ਹੋ ਸਕਦਾ ਹੈ ਕੱਲ੍ਹ ਨੂੰ ਜਿਹੜੇ ਵਿਰੋਧੀ ਨੇ, ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ, ਉਹ ਕਹਿਣ ਜੀ ਪੋਲੀਟੀਕਲੀ ਵੈਂਡੇਟਾ ਹੈ ਜੀ, ਇਹ ਤਾਂ ਜਾਣਬੁੱਝ ਕੇ ਕੇਜਰੀਵਾਲ ਸਾਹਿਬ ਦੇ ਖਿਲਾਫ ਕੰਪਲੇਂਟ ਦਿੱਤੀ ਜਾ ਰਹੀ ਹੈ, ਕਿਉਂਕਿ ਤੇਜਿੰਦਰਪਾਲ ਸਿੰਘ ਬੱਗਾ ਦੇ ਖਿਲਾਫ ਕੰਪਲੇਂਟ ਗਈ ਸੀ। ਮੈਂ ਇਹ ਚਾਹਾਂਗਾ ਕਿ ਇਹ ਜਿਹੜਾ ਬਿਆਨ ਹੈ, ਇੱਕ ਤਾਂ ਆਪ ਨਾ ਦੇਵੇ, ਆਪ ਦੇ ਖਿਲਾਫ ਤਾਂ ਮੈਂ ਕੁਝ ਕਿਹਾ ਨਹੀਂ। ਇਹ ਕੇਜਰੀਵਾਲ ਸਾਹਿਬ ਆਪਣੇ ਆਪ ਨੂੰ ਇਨਵੈਸਟੀਗੇਸ਼ਨ ਆਫਿਸਰ ਦੇ ਅੱਗੇ ਸਰੈਂਡਰ ਕਰ ਦੇਣ ਔਰ ਜਾ ਕੇ ਉਹਨਾਂ ਨੂੰ ਇਨਕੁਆਇਰੀ ਕਰਵਾਉਣ, ਔਰ ਜੋ ਵੀ ਉਹਨਾਂ ਨੇ ਕਹਿਣਾ ਆਪਣੇ ਡਿਫੈਂਸ 'ਚ ਜਾ ਕੇ ਕਹਿਣ। ਉਹਦੇ 'ਚ ਕੀ ਗੱਲ ਹੈ? ਮੇਰਾ ਆਖਰੀ ਸਵਾਲ ਸਰ, ਤੁਹਾਨੂੰ ਉਮੀਦ ਹੈ ਬਈ ਉਨੀ ਐਕਟਿਵਲੀ ਪੰਜਾਬ ਪੁਲਿਸ ਕੰਮ ਕਰੇਗੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਖਿਲਾਫ ਹੋਈ ਕੰਪਲੇਂਟ ਦੇ ਵਿੱਚ ਵੀ, ਜਿਵੇਂ ਤੇਜਿੰਦਰਪਾਲ ਸਿੰਘ ਬੱਗਾ ਦੇ ਮਾਮਲੇ 'ਚ ਕੀਤੀ ਗਈ ਸੀ? ਦੇਖੋ, ਪੰਜਾਬ ਪੁਲਿਸ ਬਹਾਦਰ ਤਾਂ ਬਹੁਤ ਹੈ, ਕਰੀਜੀਅਸ ਹੈ, ਅੱਛਾ ਕੰਮ ਕੀਤਾ ਉਹਨਾਂ ਨੇ, ਪਰ ਅੱਜ ਦੇ ਦਿਨ 'ਚ ਉਹਨਾਂ ਦੀ ਜਿਹੜੀ ਇੱਕ ਉਹ ਕਿਸੇ ਹੋਰ ਦੇ ਹੱਥ 'ਚ ਆ ਗਈ ਹੈ। ਉਸ ਡੋਰ ਨੂੰ ਇਹਨਾਂ ਨੇ ਪੰਜਾਬ ਪੁਲਿਸ 'ਤੇ ਕਬਜ਼ਾ ਕਰ ਲਿਆ ਅਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਇੰਨਾ ਐਕਸ਼ਨ ਨਾ ਲੈਣ, ਪਰ ਉਹ ਕੋਈ ਇਸ਼ੂ ਨਹੀਂ ਹੈ ਜੀ, ਕਿਉਂਕਿ ਇਹ ਅਲਟੀਮੇਟਲੀ ਇਹ ਕੇਸ CBI ਕੋਲ ਜਾਏਗਾ ਜਾਂ NIA ਕੋਲ ਜਾਏਗਾ, ਅਤੇ ਵਧੇਗਾ ਤਾਂ ਸਹੀ, ਨਹੀਂ ਤਾਂ ਹਾਈ ਕੋਰਟ 'ਚ ਜਾਵਾਂਗੇ ਜੀ, ਉਹਨਾਂ ਤੋਂ ਡਾਇਰੈਕਸ਼ਨ ਲਵਾਂਗੇ ਜੀ। ਡੋਰਾਂ ਵੀ ਕਹਿੰਦੇ ਉਧਰਲੇ ਪਾਸੇ ਨੂੰ ਜਾਂਦੀਆਂ ਜਿੱਥੇ ਨੂੰ ਤੁਸੀਂ ਜਿਹਦੇ ਪਾਸੇ ਨੂੰ ਕੰਪਲੇਂਟ ਦੇ ਕੇ ਆਏ ਹੋ। ਡੋਰਾਂ ਜਿਹੜੀਆਂ ਹੈ ਨਾ ਜੀ, ਉਹ ਜਿਹੜੀਆਂ ਲੰਬੀਆਂ ਕਰਤੀਆਂ ਹੈ, ਪੰਜਾਬ ਤੋਂ ਅੱਗੇ ਪਤੰਗ ਚਲੇਗੀ, ਉਹਨੂੰ ਵਾਪਸ ਲੈ ਕੇ ਅਤੇ ਪੰਜਾਬ 'ਚ ਰੱਖਣੀ ਹੈ, ਸੋ ਸਭ ਸਾਂਭ ਦੇਣਾ ਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਡਾਕਟਰ ਜਗਮੋਹਨ ਸਿੰਘ ਰਾਜੂ ਜੀ, ਜਿਨ੍ਹਾਂ ਵੱਲੋਂ ਕੰਪਲੇਂਟ ਕੀਤੀ ਗਈ ਹੈ, ਅਤੇ ਹੁਣ ਵੇਖਣਾ ਦਿਲਚਸਪ ਰਹੇਗਾ ਕਿ ਪੰਜਾਬ ਪੁਲਿਸ, ਜਿਸ ਨੂੰ ਕਿ ਡਾਕਟਰ ਰਾਜੂ ਜੀ ਵੀ ਕਹਿ ਰਹੇ ਨੇ ਕਿ ਬਹਾਦਰ ਪੁਲਿਸ ਹੈ, ਕੰਮ ਆਪਣਾ ਬਾਖੂਬੀ ਕਰਦੀ ਹੈ, ਪਰ ਅੱਜ ਕੱਲ੍ਹ ਡੋਰਾਂ ਕਿਤੇ ਹੋਰ ਨੇ ਉਹਨਾਂ ਦੀਆਂ, ਪੰਜਾਬ ਤੋਂ ਸ਼ਾਇਦ ਬਾਹਰ, ਡਾਕਟਰ ਰਾਜੂ ਜੀ ਨੇ ਕਿਹਾ ਹੈ। ਅਤੇ ਕੀ ਹੁਣ ਇਸ ਮਾਮਲੇ ਵਿੱਚ ਵੀ ਜਿਹੜੀ ਕੰਪਲੇਂਟ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਕੀਤੀ ਗਈ ਹੈ, ਕਿ ਇਸ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਉਵੇਂ ਬਹਾਦਰੀ ਦੇ ਨਾਲ ਕੰਮ ਕਰੇਗੀ ਜਿਵੇਂ ਤੇਜਿੰਦਰਪਾਲ ਸਿੰਘ ਬੱਗਾ ਵਾਲੇ ਮਾਮਲੇ 'ਚ ਕੀਤਾ ਗਿਆ ਸੀ? ਇਹ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ, ਚੰਡੀਗੜ੍ਹ।